ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਕਵਰ ਸਿੰਘ ਬੇਦੀ। ਪਟਿਆਲਾ ਦੇ ਵਿੱਚ ਅਖਾੜੇ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ, ਪਰੰਤੂ ਸਭ ਤੋਂ ਵੱਡੀ ਅਹਿਮ ਗੱਲ ਇਹ ਹੈ ਕਿ ਇਸ ਅਖਾੜੇ ਦੀ ਜ਼ਮੀਨ ਦੇ ਕਬਜ਼ਾ ਕਰਨਾ ਕੌਣ ਚਾਹੁੰਦਾ ਹੈ, ਕਿਹੜੀਆਂ ਧਿਰਾਂ ਨੇ ਇਹਦੇ ਪਿੱਛੇ, ਕਿਹੜਾ ਭੂ ਮਾਫੀਆ ਹੈ, ਜਾਂ ਇਹ ਕਹਿ ਸਕਦੇ ਹਾਂ ਕਿ ਕਿਹੜੀਆਂ ਸਿਆਸੀ ਧਿਰਾਂ ਨੇ। ਪਰੰਤੂ ਜੇ ਦੇਖਿਆ ਜਾਵੇ ਤਾਂ ਇਸ ਅਖਾੜੇ ਦਾ ਜਿਹੜਾ ਬੈਕਗਰਾਉਂਡ ਹੈ ਬਾਬਾ ਮਹਿਤਾਬ ਸਿੰਘ ਨਾਲ ਜੁੜਿਆ ਹੋਇਆ, ਜਿਹੜੇ ਇਸ ਅਖਾੜੇ ਨਿਰਮਲਾ ਅਖਾੜੇ ਨਾਲ ਸੰਬੰਧਿਤ ਸੀ। ਹਰਿਦੁਆਰ ਤੋਂ ਇਹ ਅਖਾੜਾ ਚੱਲਦਾ, ਸਿੱਖਾਂ ਦਾ ਅਖਾੜਾ ਦੱਸਿਆ ਜਾਂਦਾ। ਪਰੰਤੂ ਪਟਿਆਲੇ ਦੇ ਵਿੱਚ ਜੇ ਅਖਾੜੇ ਦੇ ਜ਼ਮੀਨ ਦੇ ਉੱਤੇ ਜਿਹੜਾ ਕਬਜ਼ਾ ਹੋਇਆ ਜਾਂ ਹੋਣ ਜਾ ਰਿਹਾ ਹੈ, ਇਸ ਦੇ ਉੱਤੇ ਇੱਕ ਧਿਰ ਉਹ ਜਿਹੜੀ ਦਿਖਾਈ ਦਿੱਤੀ ਹੈ, ਉਹ ਬੀਬਾ ਜੈਇੰਦਰ ਕੌਰ ਵਾਲੀ ਧਿਰ ਹੈ, ਜਿਹੜੀ ਧਰਨਾ ਲਾਉਂਦੀ ਹੈ, ਪ੍ਰਦਰਸ਼ਨ ਕਰਦੀ ਹੈ ਇਸ ਅਖਾੜੇ ਦੇ ਵਿਰੋਧ ਦੇ ਵਿੱਚ ਕਿ ਕੁਛ ਜਿਹੜੇ ਅਖਾੜੇ ਨਾਲ ਸੰਬੰਧਿਤ ਵਿਅਕਤੀ ਹੁੰਦੇ ਆ। ਦੱਸਿਆ ਜਾਂਦਾ ਹੈ ਸੂਤਰਾਂ ਦੇ ਹਵਾਲੇ ਨਾਲ, ਜਿਹੜੀ ਜਾਣਕਾਰੀ ਸਾਡੇ ਕੋਲ ਹੈ ਉਹਦੇ ਵਿੱਚ ਗਿਆਨਦੇਵ ਜਿਹੜੇ ਇਸ ਅਖਾੜੇ ਦੇ 11ਵੇਂ 12ਵੇਂ ਜਦੋਂ ਸੰਸਥਾਪਕ ਬਣਦੇ ਆ ਤਾਂ ਸਮੇਂ ਦੇ ਨਾਲ ਉਹਨਾਂ ਨੂੰ ਵੀ ਬਦਲ ਦਿੱਤਾ ਜਾਂਦਾ ਹੈ। ਅਖਾੜੇ ਦੀ ਵਾਗਡੋਰ ਕਿਸੇ ਇੱਕ ਪਾਸੇ ਹੱਥ ਚਲੇ ਜਾਂਦੀ ਹੈ ਤੇ ਫਿਰ ਅਖਾੜੇ ਦੇ ਵਿੱਚ ਵਿਵਾਦ ਸ਼ੁਰੂ ਹੋ ਜਾਂਦੇ ਆ ਜ਼ਮੀਨੀ ਜਾਇਦਾਦ ਨੂੰ ਲੈ ਕੇ। ਤੇ ਸਭ ਤੋਂ ਵੱਡੀ ਗੱਲ ਇਹ ਸਮਝਣ ਦੀ ਲੋੜ ਹੋਵੇਗੀ ਕਿ ਪਟਿਆਲੇ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਹੈ। ਕਾਂਗਰਸ ਦੀ ਸਰਕਾਰ ਦੇ ਸਮੇਂ ਜਦੋਂ ਬਹੁਤ ਕੁਛ ਅਜਿਹਾ ਵੀ ਹੁੰਦਾ ਕਿ ਅਖਾੜੇ ਨਾਲ ਸੰਬੰਧਿਤ ਵਿਅਕਤੀ ਉਸ ਧਿਰ ਨਾਲ ਜਾ ਰਲਦੇ ਆ, ਕਿਉਂਕਿ ਛੋਟੇ-ਮੋਟੇ ਕੰਮਕਾਜ ਜਦੋਂ ਕਰਾਉਣੇ ਹੁੰਦੇ ਆ ਤਾਂ ਵਿਅਕਤੀ ਉਸ ਧਿਰ ਨਾਲ ਜਾ ਕੇ ਜਾ ਰਲਦੇ ਨੇ। ਪਰੰਤੂ ਹੁਣ ਜਦੋਂ ਕਾਂਗਰਸ ਦੀ ਪੂਰੀ ਧਿਰ ਭਾਜਪਾ ਦੇ ਵਿੱਚ ਚਲੀ ਗਈ ਹੈ ਤਾਂ ਸਿੱਧਾ ਕਨੈਕਸ਼ਨ ਉਹਦਾ ਫਿਰ ਆਰਐਸਐਸ ਨਾਲ ਦਿਖਾਈ ਦੇ ਰਿਹਾ। ਪਰੰਤੂ ਜੇ ਦੇਖਿਆ ਜਾਵੇ ਤਾਂ ਪਟਿਆਲੇ ਦੇ ਵਿੱਚ ਜਦੋਂ ਇਸ ਅਖਾੜੇ ਦੇ ਵਿਵਾਦ ਨਾਲ ਜੁੜੀਆਂ ਖਬਰਾਂ ਸਾਹਮਣੇ ਆ ਰਹੀਆਂ, ਨਕਸ਼ੇ ਪਾਸ ਹੋ ਰਹੇ ਆ, ਨਕਸ਼ੇ ਪਾਸ ਕਰਵਾਏ ਜਾ ਰਹੇ ਆ, ਚੋਰੀ ਮੋਰੀ ਕੰਮ ਕਿੱਥੇ ਹੋ ਰਿਹਾ। ਜੇ ਸਿੱਧੇ ਤੌਰ ਤੇ ਦੇਖਿਆ ਜਾਵੇ ਤਾਂ ਭਾਜਪਾ ਦੀ ਇਹ ਉਹ ਧਿਰ ਹੈ ਜਿਹੜੀ ਕਿਸੇ ਸਮੇਂ ਸੱਤਾ 'ਚ ਹੁੰਦੀ ਸੀ। ਜੇ ਨਗਰ ਨਿਗਮ ਦੇ ਕੋਲ ਨਕਸ਼ੇ ਗਏ ਆ ਜਾਂ ਪ੍ਰਸ਼ਾਸਨ ਦੇ ਕੋਲੇ ਨਕਸ਼ੇ ਪਹੁੰਚੇ ਤਾਂ ਕਿੰਨਾ ਹੱਥਾਂ ਦੇ ਵਿੱਚੋਂ ਨਕਸ਼ੇ ਗਏ ਆ। ਇਸ ਪੂਰੇ ਮਸਲੇ ਦੇ ਪ੍ਰਤੀ ਜੇ ਪੂਰੀ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਉਹ ਧਿਰ ਜਿਹੜੀ ਬੀਬਾ ਜੈਇੰਦਰ ਕੌਰ ਦੀ ਧਿਰ ਜਿਹੜੀ ਦਿਖਾਈ ਦੇ ਰਹੀ ਹੈ ਜਾਂ ਦੱਸ ਰਹੀ ਹੈ ਕਿ ਜਿਹੜੇ ਵਿਅਕਤੀਆਂ ਦੇ ਕੋਲੇ ਅਖਾੜਾ ਉਹਨਾਂ ਕੋਲੇ ਜ਼ਮੀਨ ਕਿਸ ਤਰ੍ਹਾਂ ਛਡਾਉਣੀ ਹੈ, ਤਾਂ ਸਿੱਧੇ ਤੌਰ ਤੇ ਆਰਐਸਐਸ ਨਾਲ ਕਨੈਕਸ਼ਨ ਜੁੜਦਾ ਦਿਖਾਈ ਦਿੰਦਾ ਹੈ। ਪਰੰਤੂ ਜਿਹੜੀ ਧਿਰ ਅੱਜ ਪ੍ਰੈਸ ਕਾਨਫਰੰਸ ਕਰ ਰਹੀ ਹੈ ਜਾਂ ਆਪਣੀ ਜ਼ਮੀਨ ਨੂੰ ਬਚਾਉਣ ਨੂੰ ਲੈ ਕੇ ਜਦੋਜਹਿਦ ਕਰ ਰਹੀ ਹੈ, ਤਾਂ ਉਸ ਧਿਰ ਨਾਲ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਕਮਲਜੀਤ ਸ਼ਾਸਤਰੀ ਨੇ ਜਿਹੜੇ ਮਾਲਵਾ ਜ਼ੋਨ ਦੇ ਕੋਆਰਡੀਨੇਟਰ ਨੇ, ਇੰਚਾਰਜ ਨੇ, ਉਹਨਾਂ ਨਾਲ ਗੱਲਬਾਤ ਕਰਕੇ ਸਿੱਧੇ ਤੌਰ ਤੇ ਜਾਣਾਂਗੇ ਕਿ ਪਟਿਆਲੇ ਦੇ ਵਿੱਚ ਜਿਹੜੀ ਅਖਾੜੇ ਦੀ ਜ਼ਮੀਨ ਹੈ ਉਸ ਤੇ ਕਿਹੜੀ ਧਿਰ ਕਾਬਜ ਹੋਣਾ ਚਾਹੁੰਦੀ ਹੈ। ਕਮਲਜੀਤ ਸ਼ਾਸਤਰੀ ਜੀ, ਤੁਹਾਡਾ ਸਵਾਗਤ ਹੈ ਮਸਟਰ ਟੀਵੀ ਦੇ ਉੱਤੇ ਜੀ। ਨਮਸਕਾਰ ਜੀ। ਨਮਸਕਾਰ ਜੀ। ਮੈਂ ਕਮਲਜੀਤ ਜੀ, ਤੁਸੀਂ ਸਾਡਾ ਸੁਣਿਆ ਹੋਣਾ ਬਰੀਫ ਕਿ ਕਿਹੜੇ ਲੋਕ ਅਖਾੜੇ ਦੇ ਪਿੱਛੇ, ਕਿਹੜੀਆਂ ਤਾਕਤਾਂ ਜਿਹੜੀਆਂ ਨੇ ਅਖਾੜੇ ਦੀ ਜ਼ਮੀਨ ਨੂੰ ਹੜਪਣਾ ਚਾਹੁੰਦੀਆਂ ਜੀ। ਹੁਣ ਤਾਂ ਜੀ ਵਰਤਮਾਨ ਸਥਿਤੀ ਐਸੀ ਹੈ ਵੀ ਪਹਿਲਾਂ ਤਾਂ ਸਾਡੇ ਅਖਾੜੇ ਦਾ ਹੀ ਸਨਾਤਨੀਕਰਨ ਹੋ ਰਿਹਾ, ਇਹਨੂੰ ਹਿੰਦੂਇਜ਼ਮ ਵੱਲ ਲਿਜਾਇਆ ਜਾ ਰਿਹਾ, ਜਦ ਕਿ ਇਹ ਪੱਧਤ ਨਾਨਕਸ਼ਾਹੀ ਪੱਧਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਬਣਾਇਆ। ਸਾਡੀ ਹੋਂਦ ਜਿਹੜੀ ਹੈ ਉਹ ਵਿਦਿਆ ਨਾਲ ਉਪਾਰਜਨ ਕਰਕੇ ਵਾਰਾਣਸੀ ਨਾਲ ਜੁੜੀ ਹੋਈ ਹੈ, ਔਰ ਇਹ ਵਿਦਵਾਨ ਜਮਾਤ ਹੈ। ਜਿੰਨੀ ਇਹ ਜਮਾਤ ਤੁਹਾਡੇ ਸਾਹਮਣੇ ਖੜੀ ਹੈ ਸਾਰੇ ਪੜ੍ਹੇ ਲਿਖੇ ਲੋਕ ਨੇ। ਔਰ ਸਾਨੂੰ ਇਸ ਸਮੇਂ ਦੁੱਖ ਇਸ ਵੇਲੇ ਹੋਇਆ ਕਿ ਜਦੋਂ ਇੱਥੇ ਆ ਕੇ ਪਟਿਆਲੇ ਚੈੱਕ ਕੀਤਾ ਗਿਆ, ਮੈਂ ਚਲੋ ਇੱਥੇ ਦਾ ਹੀ ਮੁਕਾਮੀ ਮੰਨਤਾ ਹੈ, ਇੱਥੇ ਮੈਂ ਬਹੁਤ ਸਮੇਂ ਤੋਂ 17 ਤੋਂ ਕਾਰਿਆਰਤ ਹੈ, ਮੈਨੂੰ ਵੀ ਮੰਨ ਲਓ ਓਹਲੇ ਰੱਖ ਕੇ, ਮੈਥੋਂ ਵੀ ਓਹਲੇ ਰੱਖ ਕੇ ਨਕਸ਼ੇ ਪਾਸ ਹੋ ਗਏ, ਪਲਾਟ ਕੱਟਣੇ ਸ਼ੁਰੂ ਕਰ ਦਿੱਤੇ। ਮੈਨੂੰ ਕਿਸੇ ਸੱਜਣ ਨੇ ਦੱਸਿਆ ਵੀ ਭਾਈ ਪਲਾਟ ਕੱਟੇ ਜਾ ਰਿਹਾ। ਮੈਂ ਕਿਹਾ ਵੀ ਪਲਾਟ ਕਿਵੇਂ ਕੱਟੇ ਜਾਣਗੇ, ਜਦ ਕਿ ਮੈਂ ਤੇ ਇਸ ਸੰਸਥਾ ਦੇ ਵਿੱਚ ਹੀ ਵਰਕ ਕਰ ਰਿਹਾ। ਉਹ ਕਹਿਣ ਲੱਗੇ ਨਹੀਂ ਤੁਸੀਂ ਪਤਾ ਕਰੋ। ਜਦੋਂ ਮੈਂ ਪਤਾ ਕੀਤਾ ਤਾਂ ਨਕਸ਼ੇ ਵੀ ਬਣੇ ਹੋਏ ਹੈ ਤੇ ਪਾਸ ਹੋਣ ਲਈ ਭੇਜੇ ਹੋਏ ਹੈ। ਉਹਦੇ ਵਿੱਚ 2 ਬੰਦੇ ਇਸ ਸ਼ਹਿਰ ਦੇ ਵਿੱਚੋਂ ਹੀ, ਇੱਕ ਤਾਂ ਇੰਦਰਜੀਤ ਸਿੰਘ ਕਾਹਲੋਂ ਤੇ ਉਹਦਾ ਬੇਟਾ ਜੋਹਨਪ੍ਰੀਤ ਸਿੰਘ ਕਾਹਲੋਂ, ਤੇ ਨਾਲ ਹੋਰ ਵੀ ਕਈ ਸੱਜਣ ਮਿਲੇ ਹੋਏ ਆ। ਉਹਨਾਂ ਦੇ ਮੈਂ ਨਾਮ ਹਾਲੇ ਤੁਹਾਡੇ ਸਾਹਮਣੇ ਨਹੀਂ ਕਰ ਸਕਦਾ, ਸਾਹਮਣੇ ਲਿਆਵਾਂਗੇ ਮੌਕੇ ਤੇ, ਕਿਉਂਕਿ ਉਹਨਾਂ ਦਾ ਮਕਸਦ ਰਿਹਾ ਹੈ ਵੀ ਇਹ ਸੰਪત્ਤੀ ਨੂੰ ਕਿਵੇਂ ਨਾ ਕਿਵੇਂ ਖੁਰਦ-ਬੁਰਦ ਕਰ ਦਿੱਤਾ ਜਾਵੇ। ਹੁਣ ਮੈਨੂੰ ਮੇਰੀ ਇਹ ਪ੍ਰਾਰਥਨਾ ਹੈ ਬੀਬਾ ਜੀ ਦੇ ਕੋਲ ਵੀ ਬੀਬਾ ਜੀ ਨੂੰ ਦੇਖ ਲੈਣਾ ਚਾਹੀਦਾ ਹੈ ਵੀ ਜੇ ਤੇ ਤੁਸੀਂ ਇਸ ਸੰਪत्ति ਨੂੰ ਬਚਾਉਣਾ ਚਾਹੁੰਦੇ ਹੋ ਤਾਂ ਫਿਰ ਉਸ ਧਿਰ ਨੂੰ ਤੁਹਾਨੂੰ ਛੱਡਣਾ ਪਏਗਾ, ਕਿਉਂਕਿ ਉਸ ਧਿਰ ਨੇ ਨਕਸ਼ੇ ਪਾਸ ਹੋਣੇ ਦਿੱਤੇ ਹੈ। ਜੇ ਤੁਸੀਂ ਨਾਲ ਉਹਨੂੰ ਉਸ ਧਿਰ ਦੀ ਸਪੋਰਟ ਕਰਦੇ ਹੋ, ਕਰੋਗੇ ਅੱਗੇ ਨੂੰ ਵੀ, ਤੇ ਫਿਰ ਤੁਸੀਂ ਇਹ ਸਮਝ ਲਓ ਵੀ ਸਾਨੂੰ ਲੱਗਦਾ ਹੈ ਵੀ ਤੁਸੀਂ ਵੀ ਨਾਲ ਮਿਲ ਗਏ। ਕਮਲਜੀਤ ਜੀ, ਕਿੰਨੀ ਜਗ੍ਹਾ ਹੈ ਪਟਿਆਲੇ ਦੇ ਅਖਾੜੇ ਦੀ ਜਿਹੜੀ ਆਪਾਂ ਬਚਾਉਣੀ ਹੈ? ਤੁਸੀਂ ਦੱਸਿਆ ਕਿ ਇੱਕ ਹੋਰ ਪਾਸੇ ਵੀ ਕਿਸੇ ਪਾਸੇ ਜ਼ਮੀਨ ਹੈ ਤੇ ਪਟਿਆਲੇ ਦੇ ਵੀ ਸ਼ੋਰੂਮ ਬਣਨ ਨੂੰ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ। ਸਾਡੇ ਪਿੱਛੇ ਹੀ 2.25 ਏਕੜ ਜ਼ਮੀਨ ਹੈ ਜੀ। ਆ ਪਿਛਲੇ ਪਾਸੇ ਏਸੀ ਮਾਰਕੀਟ ਦੇ ਪਿੱਛੇ ਇੱਥੇ 60 ਸ਼ੋਰੂਮ ਇਹਨਾਂ ਨੇ ਕੀਤੇ ਆ ਤੇ 4 ਸ਼ੋਰੂਮ ਕਿਸੇ ਸੱਜਣ ਨੂੰ ਦੇਣੇ ਸੀ, 6 ਸ਼ੋਰੂਮ ਕਿਸੇ ਸੱਜਣ ਨੂੰ ਦੇਣੇ ਸੀ। ਉਹਨਾਂ ਨੇ ਇਹਨਾਂ ਤੋਂ 10 ਸ਼ੋਰੂਮ ਲੈ ਕੇ ਬਾਕੀ ਇਹਨਾਂ ਨੂੰ ਦੇਣੇ ਸੀ।
ਉਹਦੇ ਵਿੱਚ ਇੱਕ ਦਵਿੰਦਰ ਸਿੰਘ ਸੋਢੀ ਹੈ, ਉਹਨੇ ਸਾਰੀ ਇੱਥੇ ਗੱਲਬਾਤ ਕਰਾਈ ਹੈ। ਤੇ ਦੂਜੇ ਨੰਬਰ ਤੇ ਸੁਧਾਸਰ ਦੇ ਵਿੱਚ ਤਾਂ ਇੱਥੋਂ ਦੇ ਇੱਕ ਸੰਤ ਮਹਾਂਪੁਰਸ਼, ਉਹਨਾਂ ਦੇ ਭਰਾਤਾ, ਇੱਕ ਮਨਿਸਟਰ ਤੇ ਹੋਰ ਵੀ ਕਈ ਬੰਦੇ ਜੋ ਪੁਰਾਣੀਆਂ ਪਾਰਟੀਆਂ, ਰਵਾਇਤੀ ਪਾਰਟੀਆਂ ਦੇ ਨੇ, ਉਹਨਾਂ ਨੇ ਮੇਰੇ ਕੋਲ ਇੱਕ ਵਾਰ ਅਪਰੋਚ ਕੀਤੀ ਸੀ, ਮੈਂ ਜਵਾਬ ਦੇਤਾ, ਪਰ ਉਹ ਲੱਗੇ ਹੋਏ ਨੇ ਉਸ ਵੇਲੇ ਤੋਂ। ਔਰ ਇਹ ਜਿਹੜੇ ਆ ਸਾਡੇ ਭੂ ਮਾਫੀਆ, ਇਹ ਵੀ ਜਿਹੜੇ ਗਿਆਨਦੇਵ ਸਿੰਘ ਵਗੈਰਾ ਹੈ, ਦਰਸ਼ਨ ਸਿੰਘ, ਇਹ ਵੀ ਭੂ ਮਾਫੀਆ ਨੇ। ਇਹਨਾਂ ਨੇ ਸਾਰੀ ਸੰਪत्ति ਸਾਡੀ ਤ੍ਰਿੰਬਕੇਸ਼ਵਰ ਨਹੀਂ ਛੱਡੀ, ਕੁਰੂਕਸ਼ੇਤਰ ਵੇਚੀ, ਹਰਿਦੁਆਰ ਵੇਚਿਆ, ਆ ਕੇ ਪਟਿਆਲੇ ਵੀ ਚੁੰਬੜ ਗਏ। ਹੁਣ ਕਿਸ ਤਰ੍ਹਾਂ ਬਚਾਉਣੀ ਹੈ ਜ਼ਮੀਨ, ਕਿਸ ਤਰ੍ਹਾਂ ਬਚਾਉਣੀ ਹੈ, ਕਿਸ ਤਰ੍ਹਾਂ ਦੇ ਦਸਤਾਵੇਜ਼ ਹੈ, ਕਿਸ ਤਰ੍ਹਾਂ ਦੇ ਪ੍ਰੂਫ ਹੈ, ਜਾਂ ਜਿਵੇਂ ਤੁਸੀਂ ਆਪਣੀ ਗੱਲ ਰੱਖ ਰਹੇ ਹੋ ਕਿ ਅਸੀਂ ਮਤਲਬ ਪ੍ਰਸ਼ਾਸਨ ਤੱਕ ਵੀ ਪਹੁੰਚ ਕਰ ਰਹੇ ਹਾਂ, ਸਰਕਾਰ ਤੱਕ ਪਹੁੰਚ ਕਰ ਰਹੇ ਹਾਂ, ਲੱਗਦਾ ਕਿ ਅਖਾੜੇ ਦੀ ਜ਼ਮੀਨ ਨੂੰ ਬਚਾ ਪਾਓਗੇ? ਬਿਲਕੁਲ ਜੀ, ਇਹ ਜਦੋਂ ਪ੍ਰਸ਼ਾਸਨ ਸਾਡਾ ਭੇਖ ਨਿਰਮਲ ਭੇਖ ਇਕੱਠਾ ਹੋ ਗਿਆ ਤਾਂ ਹੁਣ ਕੁਝ ਨਹੀਂ ਹੋ ਸਕਦਾ, ਹੁਣ ਬਚ ਜਾਏਗੀ। ਨਿਰਮਲ ਭੇਖ ਸਰਬੋਤਮ ਪਾਵਰ ਹੈ ਤੇ ਇਹ ਸਾਡੀ ਜਾਨੀ ਮੰਨ ਲਓ ਤੁਸੀਂ ਸਰਬ ਸ਼ਕਤੀਵਾਨ ਇਹ ਜਿਹੜੀ ਉਹ ਹੈ ਪਾਵਰ ਹੈ ਨਿਰਮਲ ਭੇਖ ਜੇ ਹੁਣ ਇੱਥੇ ਖੜਾ ਹੋ ਗਿਆ, ਕੰਮ ਤਾਂ ਇਹ ਮਾਲਵੇ ਦਾ ਸੀ, ਪਰ ਸਾਡੇ ਨਾਲ ਦੁਆਬੇ ਦੇ ਸੰਤ ਵੀ ਖੜੇ ਹੋ ਗਏ, ਸਾਡੇ ਨਾਲ ਮਾਝੇ ਦੇ ਵੀ ਹੋ ਗਏ, ਹਰਿਦੁਆਰੋਂ ਵੀ ਸੰਤਾਂ ਦੀ ਸਾਨੂੰ ਸਪੋਰਟ ਹੈ ਵੀ ਤੁਸੀਂ ਸੰਪत्ति ਵੇਚਣ ਨਹੀਂ ਦੇਣੀ, ਅਸੀਂ ਤੁਹਾਡੇ ਨਾਲ ਆ। ਇਸ ਕਰਕੇ ਸਾਰਾ ਨਿਰਮਲ ਭੇਖ ਇਕੱਠਾ ਹੈ। ਅਸੀਂ ਕਿਸੇ ਵੀ ਹੱਕ ਵਿੱਚ ਨਹੀਂ ਗਏ, ਇੱਕ ਮਰਲਾ ਵੀ ਨਹੀਂ ਵੇਚਣ ਦਿੰਦੇ ਇਹਨਾਂ ਨੂੰ। ਅੱਜ ਤੋਂ ਬਾਅਦ ਇਹ ਹੁਣ ਵੇਚ ਨਹੀਂ ਸਕਣਗੇ। ਨਕਸ਼ੇ ਇਹਨਾਂ ਦੇ ਪਾਸ ਵੀ ਨਹੀਂ ਹੋਏ, ਨਕਸ਼ੇ ਪਹੁੰਚੇ ਹੋਏ ਆ, ਨਾ ਤਾਂ ਡੀਸੀ ਸਾਹਿਬ ਨੇ ਮਨਜ਼ੂਰ ਕੀਤਾ ਤੇ ਨਾ ਹੀ ਨਗਰ ਕੌਂਸਲ ਦੇ ਵਿੱਚ ਪਾਸ ਨਹੀਂ ਹੋਏ, ਨਕਸ਼ੇ ਜ਼ਰੂਰ ਪਹੁੰਚਾਏ ਹੈ। ਪਰ ਕਮਲਜੀਤ ਜੀ, ਇੱਕ ਸਪਸ਼ਟ ਤੌਰ ਤੇ ਆਪਾਂ ਜ਼ਿਕਰ ਕਰ ਲੈਂਦੇ ਹਾਂ ਕਿ ਜੇ ਇਹ ਚਰਚਾ ਬਹੁਤ ਬਣ ਰਹੀ ਸੀ ਪਟਿਆਲੇ ਦੇ ਵਿੱਚ ਕਿ ਹਾਕਮ ਧਿਰ ਦੀ ਸਰਕਾਰ ਹੈ, ਉਹਨਾਂ ਪਿੱਛੇ ਵੀ ਕੁਝ ਬੰਦੇ ਆ, ਉਹ ਅਖਾੜੇ ਦੀ ਜਗ੍ਹਾ ਤੇ ਕਬਜ਼ਾ ਕਰਨਾ ਚਾਹੁੰਦੇ ਆ। ਲੱਗਦਾ ਕਿ ਸਰਕਾਰ ਦੀਆਂ ਕੁਝ ਅਜਿਹੀਆਂ ਧਿਰਾਂ ਨੇ, ਜਾਂ ਕੁਝ ਲੱਗਦਾ ਕਿ ਹਾਕਮ ਧਿਰ ਜਿਵੇਂ ਸਮੇਂ-ਸਮੇਂ ਤੇ ਸਰਕਾਰਾਂ ਆਉਂਦੀਆਂ ਕਬਜ਼ੇ ਕਰਦੀਆਂ, ਜਾਂ ਬਹੁਤ ਕੁਝ ਤਾਕਤਾਂ ਲੱਗੀਆਂ ਹੁੰਦੀਆਂ ਨੇ, ਲੱਗਦਾ ਕਿ ਅਖਾੜੇ ਦੀ ਜ਼ਮੀਨ ਦੇ ਪਿੱਛੇ ਜਾਂ ਇਹਨਾਂ ਲੋਕਾਂ ਦੇ ਪਿੱਛੇ ਸਿੱਧੇ ਤੌਰ ਤੇ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਵਿੱਚ ਕੋਈ ਤਾਕਤ ਜੇ ਕੋਈ ਦਿਖਦੀ ਹੈ? ਕੋਈ ਨਹੀਂ, ਮੌਜੂਦਾ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਸਾਨੂੰ ਨਜ਼ਰ ਨਹੀਂ ਆਉਂਦਾ, ਕਿਉਂਕਿ ਪੁਰਾਣੇ ਸਮੇਂ ਤੋਂ ਜਿਹੜੀ ਸਥਿਤੀ ਚੱਲੀ ਆ ਰਹੀ ਹੈ ਇਸ ਸੰਪत्ति ਦੇ ਮਗਰ, ਉਹ ਤੇ ਪਹਿਲੇ ਤੇ ਕਾਂਗਰਸ ਦੇ ਕੁਝ ਮਿਨਿਸਟਰ ਸੀਗੇ, ਕੁਝ ਬੀਜੇਪੀ ਦੇ ਬੰਦੇ ਵੀ ਰਲ ਗਏ। ਹੁਣ ਇੱਥੇ ਤੇ ਸਾਨੂੰ ਸਿੱਧ ਹੀ ਹੋ ਗਿਆ ਸਟੰਟ ਜਿਹੜਾ ਇਹਨਾਂ ਨੇ ਸਾਡੇ ਬਾਰ 'ਚ ਧਰਨਾ ਲਾਇਆ ਆ ਕੇ, ਕਿਉਂਕਿ 2017 ਤੋਂ ਮੈਂ ਕਾਰਿਆਰਤ ਹੈ ਇੱਥੇ, ਸਾਰੇ ਕੇਸ ਮੈਂ ਕੀਤੇ ਆ, ਨਾਮ ਮੇਰਾ ਜੋ ਤੁਸੀਂ ਕੱਢੋਗੇ ਇਹਦੇ ਵਿੱਚ ਨਸ਼ਰ ਕਰੋਗੇ ਮੇਰੇ ਨਾਮ ਹੈ ਵਿੱਚ ਹਰ ਇੱਕ ਥਾਂ ਤੇ ਡਿਟੇਲ ਦੇ ਵਿੱਚ। ਕੱਲ ਮੇਰੇ ਕੋਲ CID ਤੋਂ ਸੱਜਣ ਆਏ ਸੀ, ਉਹ ਕਹਿੰਦੇ ਤੁਹਾਡਾ ਨਾਮ ਸਾਡੇ ਕੋਲ ਵੀ ਰਿਕਾਰਡ 'ਚ ਸਾਡਾ ਤੁਹਾਡਾ ਹੀ ਨਾਮ ਬੋਲਦਾ, ਮੇਰੇ ਨੰਬਰ ਸਾਰੇ ਥਾਵਾਂ ਤੇ ਆ, ਪਰ ਇਹ ਪਤਾ ਨਹੀਂ ਕਿੱਥੋਂ ਸਿੱਧ ਕਰਨਾ ਚਾਹੁੰਦੇ ਆ ਇਹ ਵੀ ਇਹ ਤਾਂ ਨਵਾਂ ਆਇਆ, ਜਦ ਕਿ ਇੱਥੇ ਜਿਹੜਾ ਸ਼ੈੱਡ ਪਾਇਆ ਮੈਂ ਪਵਾਇਆ, ਆ ਜਿੰਨੀਆਂ ਬਿਲਡਿੰਗਾਂ ਹੈ, ਜੋ ਸਮਾਨ ਜਿੱਥੋਂ ਆਇਆ ਹੈ, ਮੇਰੇ ਸੱਜਣ ਤੁਹਾਨੂੰ ਦੱਸ ਦੇਣਗੇ। ਚਲੋ ਬਾਜ਼ਾਰ 'ਚ ਮੈਂ ਤਾਂ ਨਹੀਂ ਜਾਂਦਾ, ਪਰ ਸਾਡੇ ਸੇਵਾਦਾਰ ਜਿਹੜੇ ਇੱਥੇ ਅਸੀਂ ਰੱਖਦੇ ਹਾਂ ਉਹ ਸਮਾਨ ਬਾਜ਼ਾਰ 'ਚੋਂ ਲਿਆਉਣੇ ਆ ਅਸੀਂ, ਤੇ ਬਿਲਡਿੰਗ ਦਾ ਕੰਮ ਕੀਤਾ ਸਾਰਾ। ਇਹ ਸਾਰਾ ਕੰਮ ਇਸ ਲਈ ਇਹਨਾਂ ਨੂੰ ਇਹ ਹੈ ਨਾ ਜੀ ਵੀ ਇਹਨਾਂ ਨੂੰ ਮੂੰਹ ਪੈ ਗਿਆ ਸੀ ਵੇਚਣ ਦਾ, ਇਹ ਦੱਬੀ ਤੁਰਿਆਉਂਦੇ ਸੀ, ਵੇਚਦੇ ਪੈਸਾ ਇਹਨਾਂ ਨੇ ਪਤਾ ਨਹੀਂ ਕਿੱਥੇ ਗਬਨ ਕੀਤਾ। ਮੇਰੀ ਬੇਨਤੀ ਹੈ CBI ਨੂੰ ਵੀ ਤੁਸੀਂ ਬਿਲਕੁਲ ਸਾਡੇ ਅਖਾੜੇ ਦੀ ਜਾਂਚ ਕਰੋ, ਤੇ ਇਸ ਜਾਂਚ ਦੇ ਨਾਲ ਬਹੁਤ ਕੁਝ ਬਾਹਰ ਨਿਕਲੂਗਾ। ਇਸ ਲਈ ਇਹ ਸਾਰੀਆਂ ਗੱਲਾਂ ਦਾ ਪਤਾ ਹੈ, ਤੇ ਮੈਂ ਚਾਹੁੰਦਾ ਪਟਿਆਲਾ ਨਿਵਾਸੀਆਂ ਨੂੰ ਵੀ ਸਾਡਾ ਸਾਥ ਦਿਓ। ਇਹ ਸੰਪत्ति ਜਿਹੜੀ ਆ ਧਾਰਮਿਕ ਸੰਪत्ति, ਅਸੀਂ ਇਹਨੂੰ ਬਚਾਉਣ ਲਈ ਇੱਥੇ ਰਹਿੰਦੇ ਹਾਂ। ਇਸ ਲਈ ਇਹ ਜਿਹੜੀ ਅੱਗੇ ਨੂੰ ਮੇਰੀ ਬੇਨਤੀ ਹੈ ਵੀ ਪ੍ਰਸ਼ਾਸਨ ਇਹਦੇ ਵੱਲ ਧਿਆਨ ਦੇਵੇ, ਸਰਕਾਰਾਂ ਧਿਆਨ ਦੇਣ, ਤਾਂ ਕਿ ਐਸੇ ਜਿਹੜੇ ਦੁਸ਼ਟ ਪੁਰਸ਼ ਹੈ ਇਹਨਾਂ ਤੋਂ ਸੰਪत्तियां ਦੀ ਰੱਖਿਆ ਕੀਤੀ ਜਾ ਸਕੇ। ਬਿਲਕੁਲ, ਇਹ ਸਨ ਕਮਲਜੀਤ ਸਿੰਘ ਸ਼ਾਸਤਰੀ, ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਅਖਾੜੇ ਦੀ ਜ਼ਮੀਨ ਨੂੰ ਬਚਾਉਣ ਲਈ ਪੂਰੇ ਪੰਜਾਬ ਭਰ ਦੇ ਵਿੱਚ ਜਾਂ ਜਿੱਥੇ ਇਹਨਾਂ ਦੇ ਅਖਾੜੇ ਨਾਲ ਸੰਬੰਧਿਤ ਲੋਕ ਨੇ ਜਾਂ ਉਹਨਾਂ ਦੇ ਇੰਚਾਰਜ ਨੇ, ਉਹ ਅੱਜ ਸਾਡੇ ਨਾਲ ਖੜੇ ਨੇ, ਤੇ ਅਖਾੜਾ ਆਪਣੀ ਜ਼ਮੀਨ ਨੂੰ ਜਾਇਦਾਦ ਨੂੰ ਬਚਾਉਣ ਲਈ ਕਿਸੇ ਹੱਦ ਤੱਕ ਵੀ ਜਾਵੇਗਾ। ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਇਹਦੇ ਪਿੱਛੇ ਬਹੁਤ ਸਾਰੇ ਅਜਿਹੇ ਲੋਕ ਨੇ, ਜਿਹਦੇ ਵਿੱਚ ਗਿਆਨਦੇਵ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਕਿ ਗਿਆਨਦੇਵ ਜਿਹੜਾ ਹੈ ਉਹ ਸਨਾਤਨੀ ਸੀ, ਫਿਰ ਉਹ ਅਖਾੜੇ ਦੇ ਵਿੱਚ ਸ਼ਾਮਿਲ ਹੁੰਦਾ, ਅਖਾੜੇ ਦੇ ਵਿੱਚੋਂ ਫਿਰ ਉਸ ਨੂੰ ਕਿਤੇ ਨਾ ਕਿਤੇ ਬੈਕਫੁੱਟ ਤੇ ਕਰ ਦਿੱਤਾ ਜਾਂਦਾ। ਜੇ ਪੂਰੀ ਗੇਮ ਨੂੰ ਸਮਝੀਏ ਤਾਂ ਅਖਾੜੇ ਦੇ ਵਿੱਚ ਘੱਟੋ ਘੱਟ ਕੁਝ ਲੋਕ ਅਜਿਹੇ ਹੁੰਦੇ ਨੇ ਜਿਹੜੇ ਪੈਸੇ ਦੀ ਗੇਮ ਚਲਾਉਂਦੇ ਨੇ ਤੇ ਅਖਾੜੇ ਦੀਆਂ ਜ਼ਮੀਨਾਂ ਜਾਇਦਾਦਾਂ ਨੂੰ ਵੇਚਦੇ ਨੇ, ਜੋ ਸਮੇਂ ਨਾਲ ਇਹਨਾਂ ਲੋਕਾਂ ਲਈ ਵੱਡੀ ਚੁਣੌਤੀ ਬਣ ਜਾਂਦੇ ਨੇ। ਪਰੰਤੂ ਕਮਲਜੀਤ ਸ਼ਾਸਤਰੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਆ, ਮੌਜੂਦਾ ਸਰਕਾਰ ਨੂੰ ਅਪੀਲ ਕੀਤੀ ਆ, ਤੇ ਸਪਸ਼ਟ ਕੀਤਾ ਕਿ ਅਖਾੜੇ ਦੀ ਜ਼ਮੀਨ ਦਾ ਇੱਕ ਕਾਗਜ਼ ਤੇ ਇੱਥੇ ਤੱਕ ਕਿ ਅਖਾੜੇ ਦੀ 1 ਇੰਚ ਜ਼ਮੀਨ ਜਿਹੜੀ ਹੈ ਉਹ ਕਿਸੇ ਤਰੀਕੇ ਨਾਲ ਉਹਨਾਂ ਹੱਥਾਂ ਵਿੱਚ ਨਹੀਂ ਦੇਣਗੇ ਜਿਨ੍ਹਾਂ ਦੇ ਪਿੱਛੇ ਸਿਆਸਤ ਖੇਡੀ ਜਾ ਰਹੀ ਹੈ, ਜਾਂ ਉਹਨਾਂ ਲੋਕਾਂ ਦੇ ਪਿੱਛੇ ਸਿੱਧੇ ਤੌਰ ਤੇ ਉਹਨਾਂ ਨੇ ਨਾਂ ਲਿਆ ਕਿ RS ਦੇ ਲੋਕ ਨੇ, ਸਨਾਤਨੀ ਲੋਕ ਨੇ, ਜਿਹੜੇ ਅਖਾੜੇ ਦੀ ਜ਼ਮੀਨ ਤੇ ਕਾਬਜ਼ ਹੋਣਾ ਚਾਹੁੰਦੇ ਨੇ। ਕੈਮਰਾਮੈਨ ਅਮਰੀਕਿੰਦਰ ਸਿੰਘ ਦੇ ਨਾਲ ਕਵਰ ਸਿੰਘ ਬੇਦੀ, ਮਸਾ TV, ਪਟਿਆਲਾ।